ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਨਿਰਾਧਾਰ ਨਿਰੰਕਾਰ ਨਾ ਅਲਖ ਲਖਾਇਆ। ਹੋਆ ਏਕੰਕਾਰ ਆਪ ਉਪਾਇਆ। ਓੰਕਾਰ ਅਕਾਰ ਚਲਤ ਰਚਾਇਆ। ਸਚ ਨਾਉ ਕਰਤਾਰ ਬਿਰਦ ਸਦਾਇਆ। ਸੱਚਾ ਪਰਵਦਗਾਰ ਤ੍ਰੈ ਗੁਣ ਮਾਇਆ। ਸਿਰਠੀ ਸਿਰਜਣਹਾਰ ਲੇਖ ਲਿਖਾਇਆ। ਸਭ ਸੈ ਦੇ ਆਧਾਰ ਨਾ ਤੋਲ ਤੁਲਾਇਆ। ਲਖਿਆ ਥਿਤ ਨਾ ਵਾਰ ਨਾ ਮਾਹ ਜਣਾਇਆ। ਵੇਦ ਕਤੇਬ ਵਿਚਾਰ ਨਾ ਆਖ ਸੁਣਾਇਆ। ਵੇਦ ਕਤੇਬ ਵਿਚਾਰ ਨਾ ਆਖ ਸੁਣਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ ਕਰੁਣਾ ਨਿਦਾਨ ਦੀਨਾ ਬੰਧੂ। ਚਵਰ ਛਤਰ ਤਖਤ ਦੇ ਮਾਲਕ ਗਰੀਬ ਨਿਵਾਜ। ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰੂ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀ। ਆਓ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਦੇ ਨਾਲ ਚਿੱਤ ਬਿਰਤੀਆਂ ਨੂੰ ਜੋੜੀਏ। ਅੱਜ 22ਵੀਂ ਵਾਰ ਆਰੰਭ ਹੋਈ ਹੈ। 22ਵੀਂ ਵਾਰ ਦੀ ਪਹਿਲੀ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਭਾਈ ਗੁਰਦਾਸ ਸਾਹਿਬ ਜੀ ਇਸ ਪਹਿਲੀ ਪੌੜੀ ਦੇ ਅੰਦਰ ਨਿਰੰਕਾਰ ਪਰਮੇਸ਼ਰ ਦੀ ਸਿਫਤ ਸਲਾਹ ਦਾ ਮੰਗਲ ਕਰਦੇ ਹੈ। ਪ੍ਰਭੂ ਦੀ ਰਚਨਾ ਕਰੋੜਾਂ ਬ੍ਰਹਿਮੰਡੋ ਦੇ ਸਾਜੇ ਹੋਏ ਇਹ ਸਾਰੇ ਉਹਦੇ ਇੱਕ ਰੋਮ ਦੇ ਵਿੱਚ ਸਮਾਏ ਹੋਏ ਹੈ। ਔਰ ਅਸਚਰਜ ਤੋਂ ਅਸਚਰਜ ਮਾਲਕ ਨੇ ਇਸ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ। ਸੋ ਆਓ ਭਾਈ ਗੁਰਦਾਸ ਸਾਹਿਬ ਜੀ ਅੰਮ੍ਰਿਤ ਬਚਨ ਬਖਸ਼ਿਸ਼ ਕਰ ਰਹੇ ਹਨ। ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਭ ਤੋਂ ਪਹਿਲਾਂ ਜੋ ਮੰਗਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਵਿੱਚ ਕਰਦੇ ਹੈ, ਭਾਈ ਗੁਰਦਾਸ ਸਾਹਿਬ ਜੀ ਨੇ ਇਹ ਮੰਗਲ ਦਰਜ ਕੀਤਾ ਹੈ। ਪਰਮਾਤਮਾ ਇੱਕ ਹੈ, ਓੰਕਾਰ ਉਹ ਸਾਰਿਆਂ ਦਾ ਪ੍ਰਕਾਸ਼ਕ ਹੈ। ਸਜਾਤੀ ਵਿਜਾਤੀ ਸਵੈਗਤ ਭੇਦ ਰਹਿਤ ਹੈ।
ਮਿਲਦਾ ਕਿਵੇਂ ਹੈ? ਸਤਿਗੁਰ ਪ੍ਰਸਾਦ। ਪ੍ਰਸਾਦ ਦਾ ਅਰਥ ਹੁੰਦਾ ਕਿਰਪਾ। ਸਤਿਗੁਰੂ ਦੀ ਕਿਰਪਾ ਦੇ ਨਾਲ ਉਹਦੀ ਪ੍ਰਾਪਤੀ ਹੁੰਦੀ ਹੈ। ਨਿਰਾਧਾਰ ਨਿਰੰਕਾਰ ਨਾ ਅਲਖ ਲਖਾਇਆ। ਭਾਈ ਗੁਰਦਾਸ ਸਾਹਿਬ ਜੀ ਨੂੰ ਗੁਰਸਿੱਖਾਂ ਨੇ ਸਵਾਲ ਕੀਤਾ, ਭਾਈ ਗੁਰਦਾਸ ਜੀ, ਜਿਸ ਪਰਮੇਸ਼ਰ ਨੂੰ ਤੁਸੀਂ ਸਾਰਿਆਂ ਦਾ ਆਸਰਾ ਦੱਸਦੇ ਹੋ, ਕੀ ਸਾਨੂੰ ਇਹ ਗੱਲ ਦੱਸੋਗੇ ਕਿ ਉਸ ਦਾ ਵੀ ਕੋਈ ਆਸਰਾ ਹੈ? ਕਿਉਂਕਿ ਕੋਈ ਵੀ ਵਸਤੂ ਜਿਹੜੀ ਹੈ ਉਹ ਆਸਰੇ ਤੋਂ ਬਿਨਾਂ ਟਿਕ ਨਹੀਂ ਸਕਦੀ। ਮਨੁੱਖੀ ਸਰੀਰ ਕੀ, ਪਸ਼ੂ ਪੰਛੀ ਕੀ, ਦਰਖਤ ਕੀ, ਇਮਾਰਤਾਂ, ਮਕਾਨ ਦੀ ਛੱਤ, ਇਹਨੂੰ ਆਸਰਾ ਚਾਹੀਦਾ ਹੈ। ਦੱਸੋ, ਪਰਮਾਤਮਾ ਦਾ ਵੀ ਕੋਈ ਆਸਰਾ ਹੈ? ਉਹਨੂੰ ਵੀ ਕੋਈ ਆਸਰਾ ਦੇਣ ਵਾਲਾ, ਉਹਦਾ ਵੀ ਕੋਈ ਸਹਾਈ ਹੋਣ ਵਾਲਾ ਹੈ? ਭਾਈ ਗੁਰਦਾਸ ਸਾਹਿਬ ਜੀ ਦੱਸਦੇ ਨੇ, ਨਿਰਾਧਾਰ ਨਿਰੰਕਾਰ। ਐ ਗੁਰਸਿੱਖੋ ਸੁਣੋ, ਪਰਮਾਤਮਾ ਉਹ ਨਿਰਾਧਾਰ। ਨਿਰਾਧਾਰ ਦਾ ਮਤਲਬ ਨਿਰ ਆਧਾਰ, ਉਹ ਬਿਨਾਂ ਆਸਰੇ ਤੋਂ ਕਾਇਮ ਹੈ। ਸਾਨੂੰ ਪਰਮਾਤਮਾ ਨੇ ਆਪਣੀ ਚੇਤਨ ਸੱਤਾ ਦਾ ਆਸਰਾ ਦਿੱਤਾ ਹੈ। ਉਹਦੀ ਜੋਤ ਮਨੁੱਖੀ ਸਰੀਰ ਦੇ ਵਿੱਚ ਹੈ। ਬੰਦੇ ਨੂੰ ਆਸਰਾ ਮਿਲਿਆ ਹੋਇਆ ਤਾਂ ਹੀ ਵੇਖਦਾ, ਸੁਣਦਾ, ਤੁਰਦਾ ਫਿਰਦਾ ਹੈ। ਪੰਛੀਆਂ ਨੂੰ ਆਸਰਾ ਦਿੱਤਾ ਉਹਨੇ, ਦਰਖਤਾਂ ਨੂੰ। ਸਮੁੱਚੀ ਕਾਇਨਾਤ ਵੱਲ ਜਦੋਂ ਨਜ਼ਰ ਮਾਰਦੇ ਹਾਂ, ਚੰਦ, ਸੂਰਜ, ਤਾਰੇ, ਇਹ ਧਰਤੀ, ਸਾਰਿਆਂ ਨੂੰ ਆਸਰਾ ਦੇਣ ਵਾਲਾ ਪਰਮਾਤਮਾ ਹੈ। ਪਰ ਉਹ ਆਪ ਆਸਰੇ ਤੋਂ ਬਗੈਰ ਹੈ, ਕਿਸੇ ਦੇ ਆਸਰੇ ਨਹੀਂ। ਉਹ ਆਪਣੇ ਆਪ ਦੇ ਵਿੱਚ ਕਾਇਮ ਹੈ, ਨਿਰਾਧਾਰ। ਉਹ ਬਿਨਾਂ ਆਸਰੇ ਤੋਂ ਹੈ, ਨਿਰੰਕਾਰ, ਅਤੇ ਉਹਦਾ ਆਕਾਰ ਕੋਈ ਨਹੀਂ। ਜਿੰਨੇ ਵੀ ਸ੍ਰਿਸ਼ਟੀ ਦੇ ਆਕਾਰ ਸਾਨੂੰ ਨਜ਼ਰ ਆਉਂਦੇ ਹੈ, ਸਾਰੇ ਉਹਦੇ ਤੋਂ ਪੈਦਾ ਹੋਏ, ਉਹਦੇ ਤੋਂ ਬਣੇ ਹੈ। ਆਕਾਰਾਂ ਨੂੰ ਪੈਦਾ ਕਰਨ ਵਾਲਾ, ਬਣਾਉਣ ਵਾਲਾ ਆਪ ਆਕਾਰ ਤੋਂ ਰਹਿਤ ਹੈ। ਉਹਦਾ ਕੋਈ ਆਕਾਰ ਨਹੀਂ ਹੈ, ਨਾ ਅਲਖ ਲਖਾਇਆ। ਅਲਖ ਸਰੂਪ ਹੈ। ਅਲਖ ਦਾ ਮਤਲਬ ਹੁੰਦਾ ਜਿਹਦੇ ਬਾਰੇ ਜਾਣਿਆ ਨਾ ਜਾਏ। ਕੋਈ ਵੀ ਅੱਜ ਤੱਕ ਪਰਮਾਤਮਾ ਬਾਰੇ ਪੂਰਨ ਤੌਰ 'ਤੇ ਨਹੀਂ ਜਾਣ ਸਕਿਆ। ਉਹ ਅਲਖ ਸਵਰੂਪ ਹੈ ਅਤੇ ਉਸ ਨੇ ਆਪਣੇ ਆਪ ਬਾਰੇ ਕਿਸੇ ਦੇ ਤਾਈਂ ਜਣਾਇਆ ਨਹੀਂ ਹੈ, ਕਿਸੇ ਨੂੰ ਆਪਣਾ ਆਪ ਲਿਖਾਇਆ ਨਹੀਂ, ਕਿਸੇ ਨੂੰ ਪੂਰਨ ਤੌਰ 'ਤੇ ਆਪਣਾ ਆਪ ਨਹੀਂ ਜਣਾਇਆ। ਹੋਆ ਏਕੰਕਾਰ ਆਪ ਉਪਾਇਆ। ਉਹ ਏਕੰਕਾਰ ਜਿਹੜਾ ਪਰਮਾਤਮਾ ਹੈ, ਇਸ ਸਾਰੇ ਪਸਾਰੇ ਨੂੰ ਪੈਦਾ ਕਰਨ ਵਾਲਾ, ਉਹਨੇ ਆਪਣੇ ਆਪ ਤੋਂ ਆਪਣੇ ਆਪ ਨੂੰ ਆਪ ਹੀ ਪੈਦਾ ਕੀਤਾ ਹੈ। ਇਹ ਸਾਰੀ ਸ੍ਰਿਸ਼ਟੀ ਉਹਨੇ ਪੈਦਾ ਕੀਤੀ ਹੈ, ਪਰ ਉਸ ਨੂੰ ਪੈਦਾ ਕਰਨ ਵਾਲਾ ਕੋਈ ਨਹੀਂ। ਸਾਡਾ ਜਨਮ ਮਾਂ ਬਾਪ ਦੇ ਰਾਹੀਂ ਪਰਮੇਸ਼ਰ ਦੀ ਕਿਰਪਾ ਨਾਲ ਹੋਇਆ, ਪਰ ਪਰਮਾਤਮਾ, ਆਪਾਂ ਰੋਜ਼ ਜਾਪ ਸਾਹਿਬ ਪੜ੍ਹਦੇ ਹਾਂ, ਨਾ ਤਤ ਹੈ, ਨਾ ਮਤ ਹੈ, ਨਾ ਜਤ ਹੈ, ਨਾ ਪਤ ਹੈ। ਤਤ ਹੈ ਕਹਿੰਦੇ ਤਾਤ ਪਿਤਾ ਨੂੰ, ਨਾ ਕੋਈ ਉਹਦਾ ਪਿਤਾ ਹੈ, ਨਾ ਮਤ ਹੈ, ਨਾ ਕੋਈ ਉਹਦੀ ਮਾਂ ਹੈ। ਉਹਨੂੰ ਕਿਸੇ ਮਾਂ ਬਾਪ ਨੇ ਜਨਮ ਨਹੀਂ ਦਿੱਤਾ, ਉਹ ਆਪਣੇ ਆਪ ਤੋਂ ਹੈ। ਸਹਿ ਭੰਗ ਸੁਤੇ ਪ੍ਰਕਾਸ਼ ਹੈ, ਕੋਈ ਉਸ ਨੂੰ ਪੈਦਾ ਕਰਨ ਵਾਲਾ ਨਹੀਂ ਹੈ। ਹੋਆ ਏਕੰਕਾਰ, ਇੱਕ ਓਅੰਕਾਰ ਪਰਮਾਤਮਾ ਸਰਗੁਣ ਸਰੂਪ ਵਾਲਾ ਹੋਇਆ ਹੈ, ਅਤੇ ਸਰਗੁਣ ਸਰੂਪ ਉਸਨੇ ਆਪ ਹੀ ਪੈਦਾ ਕੀਤਾ ਹੈ। ਓਅੰਕਾਰ ਆਕਾਰ ਚਲਤ ਰਚਾਇਆ। ਨਿਰੰਕਾਰ ਨੇ ਸ਼ਬਦ ਦੀ ਧੁਨੀ ਕੀਤੀ ਓਅੰਕਾਰ, ਅਤੇ ਇਸ ਧੁਨੀ ਤੋਂ ਜਿੰਨਾ ਵੀ ਸਾਰਾ ਆਕਾਰ ਹੈ ਸ੍ਰਿਸ਼ਟੀ ਦਾ, ਉਹਨੇ ਪੈਦਾ ਕਰ ਦਿੱਤਾ।
ਚਲਤ ਰਚਾਇਆ। ਇਹ ਚਲਤ, ਇਹ ਉਹਦੀ ਖੇਡ ਹੈ, ਇਹ ਉਹਦਾ ਤਮਾਸ਼ਾ ਹੈ, ਜੋ ਪਰਮਾਤਮਾ ਨੇ ਆਪਣਾ ਤਮਾਸ਼ਾ, ਆਪਣਾ ਕੌਤਕ ਰਚ ਦਿੱਤਾ ਹੈ। ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਿਨ ਚਿਤ, ਓਅੰਕਾਰ ਸੈਲ ਜੁਗ ਭਏ, ਓਅੰਕਾਰ ਵੇਦ ਨਿਰਮਏ। ਸਾਹਿਬ ਕਹਿੰਦੇ ਨੇ ਓਅੰਕਾਰ ਸ਼ਬਦ ਦੀ ਧੁਨੀ ਕਰਕੇ ਸਾਰੇ ਪਸਾਰੇ ਨੂੰ ਪ੍ਰਮਾਤਮਾ ਨੇ ਪਸਾਰ ਦਿੱਤਾ। ਸਚ ਨਾਉ ਕਰਤਾਰ ਬਿਰਦ ਸਦਾਇਆ। ਉਹਦਾ ਨਾਮ ਸੱਚਾ ਹੈ, ਸਦਾ ਕਾਇਮ ਰਹਿਣ ਵਾਲਾ ਹੈ। ਓਅੰਕਾਰ ਤੋਂ ਉਸਨੇ ਆਪਣਾ ਸੱਚਾ ਨਾਮ ਸਤਿਨਾਮ, ਅਤੇ ਫਿਰ ਕਰਤਾਰ ਤੋਂ ਭਾਵ ਕਰਤਾ ਪੁਰਖ, ਇਸੇ ਤਰ੍ਹਾਂ ਅੱਗੇ ਨਿਰਭਉ ਨਿਰਵੈਰ, ਇਹ ਨਾਮ ਉਸਨੇ ਆਪ ਹੀ ਪ੍ਰਗਟ ਕੀਤੇ ਹੈ। ਅਤੇ ਭਗਤ ਵਸ਼ਲ ਉਹਦਾ ਬਿਰਦ ਹੈ। ਭਗਤ ਵਸ਼ਲ ਦਾ ਮਤਲਬ ਹੁੰਦਾ ਭਗਤੀ ਨੂੰ ਪਿਆਰ ਕਰਨ ਵਾਲਾ, ਭਗਤਾਂ ਦੇ ਨਾਲ ਮੁਹੱਬਤ ਕਰਨ ਵਾਲਾ ਹੈ। ਸੋ ਭਗਤਾਂ ਦੀ ਪੈਜ ਰੱਖਣ ਦਾ ਬਿਰਦ ਜਿਹੜਾ ਨਾ ਉਹਨੇ ਸਦਵਾਇਆ ਹੈ। ਬਿਰਦ ਦਾ ਅਖਰੀ ਅਰਥ ਧਰਮ ਵੀ ਹੁੰਦਾ ਹੈ। ਧਰਮ ਦਾ ਮਤਲਬ ਸੁਭਾਅ, ਉਹਦਾ ਸੁਭਾਅ ਹੈ ਕਿ ਭਗਤਾਂ ਨੂੰ ਪਿਆਰ ਕਰਨਾ, ਜਿਹੜੇ ਬੰਦਗੀ ਕਰਦੇ ਹੈ ਉਹਨਾਂ ਦੇ ਉੱਤੇ ਉਹ ਕਿਰਪਾ ਕਰਦਾ ਹੈ। ਸੱਚਾ ਪਰਵਦਗਾਰ ਤ੍ਰੈ ਗੁਣ ਮਾਇਆ। ਉਹ ਸੱਚਾ ਹੈ। ਸੱਚਾ, ਸੱਚ ਉਸ ਨੂੰ ਕਿਹਾ ਜਾਂਦਾ ਹੈ ਜਿਹੜਾ ਤਿੰਨਾਂ ਸਮਿਆਂ ਦੇ ਵਿੱਚ ਕਦੇ ਵੀ ਬਦਲੇ ਨਾ, ਕਦੇ ਨਾਸ਼ ਨਾ ਹੋਵੇ। ਲੰਘਿਆ ਹੋਇਆ ਸਮਾਂ, ਚੱਲ ਰਿਹਾ ਸਮਾਂ ਅਤੇ ਆਉਣ ਵਾਲਾ ਸਮਾਂ, ਭੂਤ ਕਾਲ, ਵਰਤਮਾਨ ਕਾਲ ਅਤੇ ਭਵਿੱਖ ਕਾਲ, ਇਹਨਾਂ ਤਿੰਨਾਂ ਸਮਿਆਂ ਦੇ ਵਿੱਚ ਉਹ ਇੱਕੋ ਜਿਹਾ ਹੀ ਰਹਿੰਦਾ ਹੈ। ਬਾਕੀ ਹਰ ਵਸਤੂ ਸਮੇਂ ਦੇ ਨਾਲ ਬਦਲਦੀ ਹੈ। ਲੋਕਾਂ ਦੀਆਂ ਗੱਲਾਂ ਬਦਲ ਜਾਂਦੀਆਂ ਨੇ, ਬਿਆਨ ਬਦਲ ਜਾਂਦੇ ਨੇ, ਸਰੀਰ ਬਦਲ ਜਾਂਦੇ ਨੇ। ਅੱਜ ਸਰੀਰ ਬਚਪਨ ਵਿੱਚ ਹੈ, ਕੱਲ੍ਹ ਨੂੰ ਜਵਾਨੀ ਵਿੱਚ ਹੋਵੇਗਾ, ਪਰਸੋਂ ਬੁਢੇਪਾ ਆ ਜਾਏਗਾ, ਫਿਰ ਇਹ ਸਰੀਰ ਦੀ ਮੌਤ ਹੈ। ਪਰਮਾਤਮਾ ਉਹ ਇੱਕ ਰਸ ਰਹਿੰਦਾ ਹੈ ਤਿੰਨਾਂ ਸਮਿਆਂ ਦੇ ਵਿੱਚ। ਇਹਨੂੰ ਕਹਿੰਦੇ ਨੇ ਤ੍ਰੈ ਕਾਲ ਆਬਾਦ, ਜਿਹੜਾ ਤਿੰਨਾਂ ਸਮਿਆਂ ਦੇ ਵਿੱਚ ਕਦੇ ਵੀ ਖਤਮ ਨਹੀਂ ਹੁੰਦਾ, ਉਹ ਸਦਾ ਹੈ। ਸੱਚਾ ਪਰਵਦਗਾਰ, ਪਰਵਦਗਾਰ ਕਹਿੰਦੇ ਪਾਲਣ ਵਾਲਾ, ਸਾਰਿਆਂ ਨੂੰ ਪਾਲਣ ਵਾਲਾ ਹੈ। ਪਹਿਲੋਂ ਦੇ ਤੈਂ ਰਿਜ਼ਕ ਸਮਾਹਾ, ਪਿੱਛੋਂ ਦੇ ਤੈਂ ਜੰਤ ਉਪਾਹਾ। ਉਹਨੇ ਰਿਜ਼ਕ ਪੈਦਾ ਕੀਤਾ ਹੈ, ਜੀਵ ਜੰਤੂਆਂ ਦੀ ਪਾਲਣਾ ਕਰਦਾ ਹੈ, ਸਾਰਿਆਂ ਨੂੰ ਚੇਤਨ ਸੱਤਾ ਬਖਸ਼ ਰਿਹਾ ਹੈ। ਵੇਖੋ ਪੰਖੀ ਜਲ ਮਾਹੇ ਤਨ ਤਿਸ ਬਾਹਰ, ਪੰਖ ਖੀਰ ਤਿਨ ਨਾ ਕੁੰਮੀ ਜਲ ਮਾਹੇ ਤਨ ਤਿਸ ਬਾਹਰ, ਪੰਖ ਖੀਰ ਤਿਨ ਨਾਹੀ, ਪੂਰਨ ਪਰਮਾਨੰਦ ਮਨੋਹਰ, ਸਮਝ ਦੇਖ ਮਨ ਮਾਹੀ। ਪਾਖਣ ਕੀਟ ਗੁਪਤ ਹੋਏ ਰਹਿਤਾ, ਤਾਚੋ ਮਾਰਗ ਨਾਹੀ, ਕਹਿ ਧੰਨਾ ਪੂਰਨ ਤਾਹੂ ਕੋ, ਮਤ ਰੇ ਜੀ ਡਰਾਹੀ। ਭਗਤ ਧੰਨਾ ਜੀ ਕਹਿੰਦੇ ਵੇਖੋ ਪੱਥਰਾਂ ਦੇ ਵਿੱਚ ਜਿਹੜੇ ਕੀੜੇ ਪੈਦਾ ਕੀਤੇ, ਰੱਬ ਉਹਨਾਂ ਨੂੰ ਵੀ ਰੱਖਦਾ ਹੈ, ਉਹਨਾਂ ਦੀ ਵੀ ਰੋਜੀ ਉੱਥੇ ਪਹੁੰਚਾਉਂਦਾ ਹੈ। ਸੈਲ ਪੱਥਰ ਮਹਿ ਜੰਤ ਉਪਾਏ, ਤਾ ਕਾ ਰਿਜ਼ਕ ਆਗੈ ਕਰ ਧਰਿਆ। ਉਹਨਾਂ ਦਾ ਰਿਜ਼ਕ ਵੀ ਵਾਹਿਗੁਰੂ ਨੇ ਉੱਥੇ ਰੱਖਿਆ ਹੈ। ਸੋ ਸਾਰਿਆਂ ਦੀ ਪਰਵਰਿਸ਼ ਕਰਦਾ ਪਰਵਦਗਾਰ, ਉਹ ਪਾਲਣ ਵਾਲਾ ਹੈ। ਤ੍ਰੈ ਗੁਣ ਮਾਇਆ, ਅਤੇ ਮਾਇਆ ਦੇ ਜਿਹੜੇ ਤਿੰਨ ਗੁਣ ਨੇ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਇਹ ਤਿੰਨਾਂ ਗੁਣਾਂ ਵਾਲੀ ਜਿਹੜੀ ਮਾਇਆ, ਤਿੰਨ ਤਰ੍ਹਾਂ ਦੇ ਸੁਭਾਅ ਬੰਦਿਆਂ ਦੇ ਪਰਮਾਤਮਾ ਨੇ ਐਸੀ ਸ੍ਰਿਸ਼ਟੀ ਜਿਹੜੀ ਹੈ ਉਹ ਪੈਦਾ ਕੀਤੀ ਹੈ। ਇਹ ਤਿੰਨਾਂ ਗੁਣਾਂ ਵਾਲਾ ਸੰਸਾਰ ਹੈ। ਕੋਈ ਰਜੋ ਗੁਣੀ ਸੁਭਾਅ ਵਾਲਾ ਹੈ, ਕੋਈ ਤਮੋ ਗੁਣੀ, ਕੋਈ ਸਤੋ ਗੁਣੀ। ਤਮੋ ਗੁਣੀ ਸੁਭਾਅ ਜਿਹਦਾ ਹੁੰਦਾ ਹੈ ਉਹ ਬਹੁਤ ਜ਼ਿਆਦਾ ਗੁੱਸੇ ਵਾਲਾ ਹੁੰਦਾ। ਕਈਆਂ ਦਾ ਸੁਭਾਅ ਹੈ, ਕੁਦਰਤ ਵੱਲੋਂ ਹੁੰਦਾ ਹੈ, ਬਹੁਤ ਹੀ ਜ਼ਿਆਦਾ ਗੁੱਸੇ ਵਾਲਾ, ਛੋਟੀ ਛੋਟੀ ਗੱਲ 'ਤੇ ਬਹੁਤਾ ਕ੍ਰੋਧ ਕਰਦੇ ਹੈ। ਤਮੋ ਗੁਣ ਉਹਨਾਂ ਦੇ ਵਿੱਚ ਵਧੇਰੇ ਹੁੰਦਾ ਹੈ। ਦੂਜਾ ਰਜੋ ਗੁਣ ਵਾਲੇ, ਉਹ ਜ਼ਿਆਦਾ ਕ੍ਰੋਧ ਨਹੀਂ ਕਰਦੇ,
ਤੇ ਤੀਜਾ ਸਤੋ ਗੁਣ, ਉਹਨਾਂ ਦਾ ਸੁਭਾਅ ਬਿਲਕੁਲ ਸ਼ਾਂਤ ਹੁੰਦਾ ਹੈ। ਕੋਈ ਗੱਲ ਵੀ ਉਹਨਾਂ ਨੂੰ ਕੋਈ ਕਹਿ ਦੇਵੇ ਤਾਂ ਵੀ ਉਹਨਾਂ ਸ਼ਾਂਤ ਰਹਿੰਦੇ ਹੈ, ਸ਼ਾਂਤ ਸੁਭਾਅ ਹੈ ਉਹਨਾਂ ਦਾ। ਤੋ ਰਜੋ ਤਮੋ ਸਤੋ, ਇਹ ਤਿੰਨਾਂ ਗੁਣਾਂ, ਤਿੰਨ ਮਾਇਆ ਦੇ ਗੁਣ, ਇਹ ਸੁਭਾਅ ਨੇ। ਵੱਖੋ ਵੱਖਰੇ ਸੁਭਾਅ ਵਾਲੀ ਪਰਮਾਤਮਾ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ। ਸਿਰਠੀ ਸਿਰਜਣਹਾਰ ਲੇਖ ਲਿਖਾਇਆ, ਸ੍ਰਿਸ਼ਟੀ ਦੇ ਸਿਰਜਣਹਾਰ ਪਰਮਾਤਮਾ ਨੇ ਹਰੇਕ ਦੇ ਸਿਰ ਮੱਥੇ ਦੇ ਉੱਤੇ ਲੇਖ ਲਿਖ ਦਿੱਤਾ ਹੈ। ਉਸਨੇ ਵੀ ਜਿਵੇਂ ਦੇ ਕੋਈ ਕਰਮ ਕਰੇਗਾ ਉਵੇਂ ਦਾ ਉਹ ਫਲ ਪ੍ਰਾਪਤ ਕਰ ਲਵੇਗਾ। ਜਿਵੇਂ ਜਿਵੇਂ ਦੇ ਕੋਈ ਕਰਮ ਕਰਦਾ ਉਹਦੇ ਸੰਸਕਾਰ, ਉਹਦੇ ਲੇਖ ਲਿਖੇ ਜਾਂਦੇ ਹੈ। ਲਿਖਣ ਵਾਲਾ ਪਰਮਾਤਮਾ ਹੈ, ਪਰ ਉਹਦੇ ਸਿਰ ਮੱਥੇ 'ਤੇ ਕੋਈ ਲੇਖ ਨਹੀਂ। ਜਿਨ ਇਹ ਲਿਖੇ ਤਿਸ ਸਿਰ ਨਾਹੇ, ਜਿਵ ਫੁਰਮਾਏ ਤਿਵ ਤਿਵ ਪਾਹੇ। ਲੇਖਾਂ ਨੂੰ ਲਿਖਣ ਵਾਲਾ ਨਿਰੰਕਾਰ ਹੈ ਔਰ ਇਹਦੇ ਕਰਮਾਂ ਅਨੁਸਾਰ ਉਹ ਲੇਖ ਲਿਖਦਾ ਹੈ। ਸਭ ਸੈ ਦੇ ਆਧਾਰ ਨਾ ਤੋਲ ਤੁਲਾਇਆ, ਸਾਰੇ ਸੰਸਾਰ ਨੂੰ ਲੇਖੇ ਵਿੱਚ ਪਾ ਕੇ ਨਿਰੰਕਾਰ ਸਾਰਿਆਂ ਨੂੰ ਆਸਰਾ ਦੇ ਰਿਹਾ ਹੈ। ਸਾਰਿਆਂ ਨੂੰ ਉਹ ਸਾਰਿਆਂ ਦਾ ਸਹਾਈ ਹੁੰਦਾ ਹੈ। ਹਰੇਕ ਨੂੰ ਉਹਨੇ ਆਸਰਾ ਦਿੱਤਾ ਹੋਇਆ ਹੈ। ਨਾ ਤੋਲ ਤੁਲਾਇਆ, ਅਤੇ ਉਸ ਨੂੰ ਕਿਸੇ ਤੋਲ ਦੇ ਨਾਲ, ਕਿਸੇ ਵੱਟੇ ਤੱਕੜੀ ਦੇ ਨਾਲ ਤੋਲਿਆ ਨਹੀਂ ਜਾ ਸਕਦਾ। ਸ਼ਾਸਤਰਾਂ ਰਾਹੀਂ ਵੀ ਉਹਨੂੰ ਤੋਲਿਆ ਨਹੀਂ ਜਾ ਸਕਦਾ, ਅਥਵਾ ਬੁੱਧੀ ਰੂਪ ਤੱਕੜੀ ਦੇ ਵਿੱਚ ਵਿਚਾਰ ਦਾ ਵੱਟਾ ਪਾ ਕੇ ਵੀ ਉਸ ਨੂੰ ਤੋਲਿਆ ਨਹੀਂ ਜਾ ਸਕਦਾ। ਜਿਹੜਾ ਆਸਰਾ ਉਹ ਸਾਰਿਆਂ ਨੂੰ ਦੇ ਰਿਹਾ, ਉਹਦੇ ਉਸ ਆਸਰੇ ਦੇ ਬਾਰੇ ਦੱਸਿਆ ਨਹੀਂ ਜਾ ਸਕਦਾ। ਲਖਿਆ ਥਿਤ ਨ ਵਾਰ ਨਾ ਮਾਹ ਜਣਾਇਆ, ਨਿਰੰਕਾਰ ਨੇ ਜਦੋਂ ਇਹ ਸਾਰਾ ਆਕਾਰ, ਇਹ ਸਾਰੀ ਸ੍ਰਿਸ਼ਟੀ ਦੀ ਰਚਨਾ ਰਚੀ ਹੈ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਇਹ ਕਦੋਂ ਰਚੀ, ਇਹਦੇ ਬਾਰੇ ਕਿਸੇ ਨੇ ਨਹੀਂ ਜਾਣਿਆ। ਲਖਿਆ, ਲਖਿਆ ਦਾ ਅਰਥ ਹੁੰਦਾ ਜਾਣਨਾ। ਲਖਿਆ ਥਿਤ ਨਾ ਵਾਰ, ਉਦੋਂ ਥਿਤੀ ਕਿਹੜੀ ਸੀ? ਏਕਮ ਸੀ, ਦੂਜ ਸੀ, ਤੀਜ ਸੀ, ਚੌਥ ਸੀ ਕਿ ਪੰਚਮ ਸੀ? ਕਿਹੜੀ ਥਿਤ ਸੀ? ਜਿਵੇਂ ਅੰਗਰੇਜ਼ੀ ਤਰੀਕਾਂ ਹੁੰਦੀਆਂ 1 2 3 4, ਇਸੇ ਤਰ੍ਹਾਂ ਥਿੱਤਾਂ ਹੁੰਦੀਆਂ ਦੇਸੀ ਮਹੀਨੇ ਦੀਆਂ। ਥਿਤ ਕਿਹੜੀ ਸੀ? ਕੋਈ ਨਹੀਂ ਜਾਣਦਾ। ਨਾ ਵਾਰ, ਇਸੇ ਤਰ੍ਹਾਂ ਵਾਰ ਕਿਹੜਾ ਸੀ? ਐਤਵਾਰ ਸੀ, ਸੋਮਵਾਰ ਸੀ, ਮੰਗਲਵਾਰ ਸੀ, ਬੁੱਧਵਾਰ ਸੀ। ਜਦੋਂ ਇਹ ਸ੍ਰਿਸ਼ਟੀ ਦਾ ਪਸਾਰਾ ਹੋਇਆ, ਕੋਈ ਨਹੀਂ ਜਾਣਦਾ। ਨਾ ਮਾਹ ਜਣਾਇਆ, ਅਤੇ ਨਾ ਹੀ ਉਸਨੇ ਕਿਸੇ ਨੂੰ ਇਹ ਮਹੀਨਾ ਜਣਾਇਆ ਵੀ ਮਹੀਨਾ ਕਿਹੜਾ ਸੀ? ਚੇਤ ਦਾ ਸੀ, ਫੱਗਣ ਦਾ ਸੀ, ਵੈਸਾਖ ਦਾ ਸੀ, ਹਾੜ੍ਹ ਦਾ ਸੀ? ਕਿਹੜਾ ਮਹੀਨਾ ਸੀ ਜਦੋਂ ਇਹ ਸ੍ਰਿਸ਼ਟੀ ਰਚੀ ਗਈ? ਕਿਸੇ ਨੂੰ ਕੁਛ ਨਹੀਂ ਜਣਾਇਆ ਹੈ। ਜਪਜੀ ਸਾਹਿਬ ਵਿੱਚ ਆਪਾਂ ਰੋਜ਼ ਪੜ੍ਹਦੇ ਹਾਂ, ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹੋ ਨਾ ਕੋਈ, ਜਾਂ ਕਰਤਾ ਸਿਰਠੀ ਕਉ ਸਾਜੇ, ਆਪੇ ਜਾਣੈ ਸੋਈ। ਕੋਈ ਜੋਗੀ ਸਮਾਧੀਆਂ ਲਾਉਣ ਵਾਲੇ ਵੀ ਨਹੀਂ ਜਾਣਦੇ ਸ੍ਰਿਸ਼ਟੀ ਕਦੋਂ ਬਣੀ। ਅੱਜ ਸਾਇੰਸ ਨੇ ਜਿੰਨੀ ਮਰਜ਼ੀ ਤਰੱਕੀ ਕੀਤੀ ਹੈ, ਕੋਈ ਅੰਦਾਜ਼ਾ ਨਹੀਂ ਕਿ ਕਿੰਨੇ ਕੁ ਸਾਲ ਹੋ ਗਏ ਨੇ ਇਸ ਸ੍ਰਿਸ਼ਟੀ ਨੂੰ, ਕਿੰਨੀਆਂ ਸਦੀਆਂ ਲੰਘ ਗਈਆਂ ਨੇ। ਇਹ ਕਦੋਂ ਬਣੀ ਕੋਈ ਨਹੀਂ ਜਾਣਦਾ। ਨਾ ਜੋਗੀ ਲੋਕ ਜਾਣਦੇ ਹੈ। ਰੁੱਤ ਮਾਹੋ ਨਾ ਕੋਈ, ਉਹ ਰੁੱਤ ਕਿਹੜੀ ਸੀ? ਬਸੰਤ ਸੀ, ਗਰੀਖਮ ਸੀ, ਪਾਵਸ ਸੀ? ਮਹੀਨਾ ਕਿਹੜਾ ਸੀ? ਕੋਈ ਨਹੀਂ ਜਾਣਦਾ। ਜਿਸ ਕਰਤੇ ਨੇ ਇਸ ਸ੍ਰਿਸ਼ਟੀ ਨੂੰ ਸਾਜਿਆ, ਉਹ ਆਪ ਹੀ ਇਹਦੇ ਬਾਰੇ ਸਾਹਿਬ ਕਹਿੰਦੇ ਜਾਣਦਾ ਹੈ। ਸੋ ਇਸ ਲਈ ਲਖਿਆ ਥਿਤ ਨਾ ਵਾਰ, ਲਖਿਆ ਦੇ ਥਾਂ 'ਤੇ ਇਹ ਵਿਦਿਆਰਥੀਆਂ ਵਾਸਤੇ ਬੇਨਤੀ ਹੈ ਵੀ ਜਿੱਥੇ ਲਖਿਆ ਹੈ ਉੱਥੇ ਲਿਖਿਆ ਪਾਠ ਵੀ ਆਉਂਦਾ ਹੈ, ਪਾਠੰਤਰ। ਇਸ ਤਰ੍ਹਾਂ ਵੱਖ-ਵੱਖ ਪੋਥੀਆਂ ਦੇ ਵਿੱਚ ਮਿਲਦਾ ਹੈ। ਤੋ ਇਹ ਪਾਠੰਤਰ ਭੇਦ ਹੈ। ਲਖਿਆ ਦਾ ਅਰਥ ਹੁੰਦਾ ਜਾਣਨਾ ਅਤੇ ਲਿਖਿਆ ਦਾ ਅਰਥ ਹੁੰਦਾ ਲਿਖਣਾ। ਮਹੀਨਾ, ਵਾਰ, ਥਿਤ ਕਿਹੜੀ ਸੀ, ਇਹ ਕਿਤੇ ਲਿਖਿਆ ਨਹੀਂ ਮਿਲਦਾ। ਤੋ ਪਰਮਾਤਮਾ ਨੇ ਇਹ ਜਣਾਇਆ ਨਹੀਂ, ਦੱਸਿਆ ਨਹੀਂ ਸੰਸਾਰ ਦੇ ਲੋਕਾਂ ਨੂੰ, ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨੇ ਨਾ, ਵਾਰ, ਮਹੀਨੇ,
ਥਿੱਤਾਂ, ਇਹ ਤਾਂ ਸਾਰਾ ਕੁਝ ਬਾਅਦ ਵਿੱਚ ਬਣਿਆ ਹੈ। ਸ੍ਰਿਸ਼ਟੀ ਬਹੁਤ ਸਮਾਂ ਪਹਿਲਾਂ ਦੀ ਬਣੀ ਹੋਈ ਹੈ, ਇਸ ਲਈ ਕੋਈ ਵੀ ਨਹੀਂ ਜਾਣਦਾ। ਵੇਦ ਕਤੇਬ ਵਿਚਾਰ ਨਾ ਆਖ ਸੁਣਾਇਆ। ਇਹ ਸ੍ਰਿਸ਼ਟੀ ਕਦੋਂ ਦੀ ਹੈ, ਇਸ ਦੇ ਬਾਰੇ ਵੇਦਾਂ ਕਤੇਬਾਂ ਨੇ ਵੀ ਕੋਈ ਵਿਚਾਰ ਨਹੀਂ ਦੱਸਿਆ। ਨਾ ਆਖ ਸੁਣਾਇਆ, ਨਾ ਕਿਸੇ ਨੇ ਕਿਸੇ ਨੂੰ ਕੁਝ ਕਹਿ ਕੇ ਸੁਣਾਇਆ ਹੈ, ਕਿਸੇ ਨੂੰ ਦੱਸਿਆ। ਵੇਦਾਂ ਕਤੇਬਾਂ ਦੇ ਵਿੱਚ ਵੀ ਮਹਾਰਾਜ ਕਹਿੰਦੇ ਇਸ ਦਾ ਜ਼ਿਕਰ ਨਹੀਂ ਹੈ ਵੀ ਸ੍ਰਿਸ਼ਟੀ ਕਦੋਂ ਬਣੀ ਹੈ। ਸੋ ਵੇਦ ਕਤੇਬ ਵੀ ਵਿਚਾਰ ਕਰਕੇ ਨਿਰੰਕਾਰ ਦਾ, ਉਹਦੀ ਇਸ ਰਚਨਾ ਦਾ ਕੋਈ ਅੰਤ ਨਹੀਂ ਪਾ ਸਕਦਾ। ਉਹ ਆਪ ਬੇਅੰਤ ਹੈ। ਪਰਮਾਤਮਾ ਦੀ ਇਹ ਸਾਜੀ ਹੋਈ ਸ੍ਰਿਸ਼ਟੀ, ਇਹ ਵੀ ਐਸੀ ਹੈ ਵੀ ਇਹਦਾ ਕੋਈ ਅੰਤ, ਕੋਈ ਇਹਦਾ ਭੇਦ ਨਹੀਂ ਪਾ ਸਕਿਆ ਹੈ। ਸੋ ਨਿਰੰਕਾਰ ਦੀ ਰਚਨਾ, ਉਹਨੇ ਇਹ ਸਾਜੀ ਕੁਦਰਤ ਅਤੇ ਇਹਦੇ ਵਿੱਚ ਹੀ ਉਹ ਵਸ ਰਿਹਾ ਹੈ। ਉਹ ਘਟ ਘਟ ਦੇ ਵਿੱਚ ਵਸਦਾ ਹੈ। ਜਲੇ ਹਰੀ ਥਲੇ ਹਰੀ ਨਭੇ ਹਰੀ ਉਰੇ ਹਰੀ ਬਨੇ ਹਰੀ ਛਿਤੇ ਹਰੀ ਈਹਾਂ ਹਰੀ ਊਹਾਂ ਹਰੀ ਜ਼ਿਮੀ ਹਰੀ ਜ਼ਮਾਂ ਹਰੀ ਮਕੀਂ ਤੁਹੀਂ ਮਕਾਂ ਤੁਹੀਂ। ਕਲਗੀਧਰ ਮਹਾਰਾਜ ਕਹਿੰਦੇ ਨਿਰੰਕਾਰ ਤੂੰ ਸਾਰੀਆਂ ਥਾਵਾਂ 'ਤੇ, ਕੋਈ ਥਾਂ ਤੇਰੇ ਤੋਂ ਊਣਾ ਨਹੀਂ, ਹਰ ਥਾਂ 'ਤੇ ਤੂੰ ਵਸਦਾ ਹੈ। ਸੋ ਵੇਦ ਕਤੇਬ ਵੀ ਵਾਹਿਗੁਰੂ ਦਾ ਭੇਦ ਨਹੀਂ ਦੱਸ ਸਕੇ। ਸੋ ਨਾ ਕਿਸੇ ਨੇ ਉਹਦੇ ਭੇਤ ਬਾਰੇ, ਇਸ ਸ੍ਰਿਸ਼ਟੀ ਰਚਨਾ ਬਾਰੇ ਕਿਸੇ ਨੂੰ ਕੁਝ ਦੱਸਿਆ ਹੈ। ਦੂਸਰੀ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਫੁਰਮਾਨ ਕਰ ਰਹੇ ਹੈ, ਨਿਰਾਲੰਬ ਨਿਰਬਾਣ ਬਾਣ ਚਲਾਇਆ। ਪਰਮਾਤਮਾ ਦਾ ਜਿਹੜਾ ਬਲ ਹੈ, ਜ਼ੋਰ, ਉਹ ਅਥਾਹ ਹੈ। ਉਹਦੀ ਤਾਕਤ ਕਿੰਨੀ ਕੁ ਹੈ, ਇਹਦੇ ਬਾਰੇ ਨਹੀਂ ਦੱਸਿਆ ਜਾ ਸਕਦਾ। ਜਾਪ ਸਾਹਿਬ ਦੀ ਪਹਿਲੀ ਪੌੜੀ ਪੜ੍ਹੋ, ਕਲਗੀਧਰ ਜੀ ਨੇ ਸ਼ਬਦ ਵਰਤਿਆ ਹੈ, ਅਮਿਤ ਤੋਜ ਕਹੀਜੈ। ਇਹਨੂੰ ਪੂਰਾ ਕੱਸ ਕੇ ਬੋਲਣਾ, ਅਮਿਤ ਤੋਜ। ਜਦੋਂ ਆਪਾਂ ਸੰਧੀ ਛੇਦ ਕਰਾਂਗੇ ਨਾ ਇਸ ਸ਼ਬਦ ਨੂੰ, ਫਿਰ ਬਣਨਾ ਅਮਿਤ ਓਜ। ਓਜ ਦਾ ਅਰਥ ਹੁੰਦਾ ਬਲ, ਤਾਕਤ, ਜ਼ੋਰ। ਅਮਿਤ ਸ਼ਬਦ ਹੈ ਮਿੱਤ, ਮਿੱਤ ਦਾ ਅਰਥ ਹੁੰਦਾ ਮਿਣਤੀ। ਕਿਸੇ ਚੀਜ਼ ਨੂੰ ਮਿਣਿਆ ਜਾਂਦਾ, ਵਜਨ ਵਾਲੀ ਹੋਵੇ ਉਹਨੂੰ ਤੋਲਿਆ ਜਾਂਦਾ ਵੀ ਕਿੰਨੇ ਕਿਲੋ ਦੀ ਹੈ। ਲੰਬਾਈ ਚੜਾਈ ਉਹ ਫਿਰ ਮੀਟਰਾਂ ਦੇ ਵਿੱਚ, ਕਿਲੋਮੀਟਰਾਂ ਵਿੱਚ ਚਲੀ ਜਾਂਦੀ ਹੈ, ਸੈਂਟੀਮੀਟਰਾਂ 'ਚ ਆ ਜਾਂਦੀ ਹੈ। ਅਤੇ ਅਮਿਤ ਮੂਹਰੇ ਐੜਾ ਲੱਗਾ, ਅਮਿਤ ਦਾ ਅਰਥ ਮਿਣਤੀ ਤੋਂ ਰਹਿਤ, ਓਜ ਮੈਨੇ ਬਲ। ਅਮਿਤ ਤੋਜ, ਉਸ ਦਾ ਬਲ ਮਿਣਤੀ ਤੋਂ ਰਹਿਤ ਹੈ, ਉਹਦੀ ਤਾਕਤ ਨੂੰ ਕੋਈ ਨਹੀਂ ਮਿਣ ਸਕਦਾ। ਭਾਈ ਗੁਰਦਾਸ ਜੀ ਫਰਮਾਉਂਦੇ ਨੇ, ਨਿਰਾਲੰਬ ਨਿਰਬਾਣ ਬਾਣ ਚਲਾਇਆ। ਪਰਮਾਤਮਾ ਜਿਹੜਾ ਨਾ, ਉਹ ਨਿਰਾਲੰਬ ਹੈ। ਉਹ ਕਿਸੇ ਵੀ ਬੰਧਨ ਵਿੱਚ ਨਹੀਂ ਹੈ ਔਰ ਉਹ ਆਸਰੇ ਤੋਂ ਬਿਨਾਂ ਹੈ। ਉਹਦਾ ਬਲ ਬਹੁਤ ਜ਼ਿਆਦਾ ਹੈ, ਉਹਦੀ ਤਾਕਤ ਨੂੰ ਕੋਈ ਨਹੀਂ ਮਿਣ ਸਕਦਾ, ਬਿਨਾਂ ਸਹਾਰੇ ਤੋਂ ਹੈ। ਨਿਰਾਲੰਬ, ਇਸ ਸ਼ਬਦ ਨੂੰ ਵੀ ਸੰਧੀ ਛੇਦ ਕਰਾਂਗੇ, ਫਿਰ ਨਿਕਲੇਗਾ ਨਿਰ ਅਲੰਬ। ਐੜਾ ਵਿੱਚੋਂ ਨਿਕਲ ਆਉਣਾ ਨਿਰ ਅਲੰਬ, ਬਿਨਾਂ ਆਸਰੇ ਤੋਂ ਹੈ। ਨਿਰਬਾਣ, ਨਿਰਬੰਧਨ ਹੈ, ਉਹਨੂੰ ਕੋਈ ਕਿਸੇ ਦਾ ਬੰਧਨ ਨਹੀਂ ਹੈ। ਬਾਣ ਚਲਾਇਆ, ਪਰਮਾਤਮਾ ਨੇ ਆਪਣਾ ਹੁਕਮ ਰੂਪੀ ਤੀਰ ਸਾਰਿਆਂ ਦੇ ਉੱਤੇ ਚਲਾਇਆ ਹੋਇਆ ਹੈ। ਉਹਦਾ ਹੁਕਮ ਸਾਰਿਆਂ ਦੇ ਸਿਰ 'ਤੇ ਚੱਲਦਾ ਹੈ। ਹੁਕਮ ਵਿੱਚ ਹੀ ਉਹਦੇ ਜਨਮ ਹੈ, ਹੁਕਮ ਵਿੱਚ ਹੀ ਮੌਤ ਹੈ। ਅਥਵਾ ਜੋ ਕਾਲ ਰੂਪੀ ਤੀਰ ਹੈ, ਉਹਨੇ ਸਾਰਿਆਂ ਦੇ ਉੱਤੇ ਨਿਰੰਕਾਰ ਨੇ ਚਲਾਇਆ ਹੈ। ਉਹਦਾ ਬਲ, ਉਹਦੀ ਸ਼ਕਤੀ, ਇਹ ਤੀਰ ਸਾਰਿਆਂ 'ਤੇ ਚਲਾਇਆ ਹੈ। ਉੱਡੈ ਹੰਸ ਉਜਾਨ ਕਿਨ ਪਹੁੰਚਾਇਆ। ਵੇਖੋ, ਹੰਸ ਜਿਹੜਾ ਨਾ ਉਚਾਈਆਂ ਵਿੱਚ ਉੱਡਦਾ ਹੈ। ਉੱਡੈ ਹੰਸ ਉਚਾਨ, ਉੱਚਾ ਆਕਾਸ਼ ਦੇ ਵਿੱਚ ਉੱਡਦਾ ਹੈ। ਕਿਨ ਪਹੁੰਚਾਇਆ, ਹੰਸ ਦੀ ਉਡਾਰੀ ਬੜੀ ਲੰਮੀ ਹੈ। ਦੱਸੋ ਉਸ ਹੰਸ ਨੂੰ ਉੱਤੇ ਆਕਾਸ਼ ਵਿੱਚ ਕਿਸ ਨੇ ਪਹੁੰਚਾਇਆ ਹੈ। ਖੰਭੀ ਚੋਜ ਵਿਡਾਣ ਆਣ ਮਿਲਾਇਆ। ਪਰਮਾਤਮਾ ਨੇ
ਉਹਦੇ ਖੰਭਾਂ ਦੇ ਵਿੱਚ ਚੋਜ ਵਿਡਾਣ ਅਸਚਰਜਤਾ ਨੂੰ ਭਰਿਆ ਹੈ। ਉਹਦੇ ਖੰਭਾਂ ਦੇ ਵਿੱਚ ਤਾਕਤ ਰੱਖੀ ਹੈ, ਬਲ ਰੱਖਿਆ ਹੈ। ਆਣ ਮਿਲਾਇਆ ਅਤੇ ਨਿਰੰਕਾਰ ਨੇ ਉਸ ਨੂੰ ਲਿਆ ਕੇ ਮਾਨ ਸਰੋਵਰ 'ਤੇ ਮਿਲਾਇਆ ਹੈ। ਹੰਸ ਦੀ ਉਡਾਰੀ ਬੜੀ ਲੰਮੀ ਹੁੰਦੀ ਹੈ, ਕਈ ਕਈ ਮੀਲ ਉਹ ਇੱਕੇ ਹੀ ਉਡਾਰੀ ਦੇ ਵਿੱਚ ਚਲਿਆ ਜਾਂਦਾ ਹੈ ਅਤੇ ਉਹਦੀ ਉਡਾਰੀ ਉੱਚਾ ਆਕਾਸ਼ ਵਿੱਚ ਜਾ ਕੇ ਲੰਮਾ ਉੱਡਦਾ ਹੈ। ਪੰਛੀ ਜਿਹੜੇ ਨੇ ਹੋਰ ਉਹਦਾ ਮੁਕਾਬਲਾ ਨਹੀਂ ਕਰ ਸਕਦੇ, ਟਟੀਰੀ ਉਹਦਾ ਮੁਕਾਬਲਾ ਨਹੀਂ ਕਰ ਸਕਦੀ। ਭਾਈ ਗੁਰਦਾਸ ਨੇ ਵਾਰਾਂ ਦੇ ਵਿੱਚ ਹੀ ਇੱਕ ਥਾਂ 'ਤੇ ਸ਼ਬਦ ਵਰਤੇ ਨੇ ਵੀ ਜੇ ਟਟੀਰੀ ਇਹ ਗੱਲ ਕਵੇ ਮੈਂ ਹੰਸਾਂ ਦਾ ਮੁਕਾਬਲਾ ਕਰ ਲਵਾਂ, ਉਹ ਨਹੀਂ ਕਰ ਸਕਦੀ, ਉਹਦੇ ਤੱਕ ਨਹੀਂ ਪੁੱਜ ਸਕਦੀ। ਸੋ ਉਹਦੀ ਉਡਾਰੀ ਲੰਮੀ ਹੈ ਅਤੇ ਇਹ ਜਿਹੜੀ ਤਾਕਤ, ਇਹ ਬਲ ਹੈ ਉਹਦੇ ਖੰਭਾਂ ਵਿੱਚ, ਇਹ ਕਿਹਨੇ ਦਿੱਤਾ ਹੈ? ਨਿਰੰਕਾਰ ਨੇ ਉਹਦੇ ਖੰਭਾਂ ਵਿੱਚ ਬਲ ਰੱਖਿਆ। ਖੰਭੀ ਚੋਜ ਵਿਡਾਣ, ਇਹ ਉਹਦਾ ਅਸਚਰਜ ਕੌਤਕ ਹੈ। ਉਹਦੇ ਖੰਭਾਂ ਵਿੱਚ ਤਾਕਤ ਰੱਖੀ ਹੈ ਅਤੇ ਲੰਮੀ ਉਡਾਰੀ ਜਦੋਂ ਲਾਉਂਦੇ ਨੇ, ਪਰਮਾਤਮਾ ਉਹਨਾਂ ਨੂੰ ਲਿਆ ਕੇ ਮਾਨ ਸਰੋਵਰ 'ਤੇ ਮੇਲ ਦਿੰਦਾ ਹੈ। ਧਰੂ ਚੜ੍ਹਿਆ ਅਸਮਾਨ ਨਾ ਟਲੈ ਟਲਾਇਆ। ਧਰੂ ਜਿਹੜਾ ਹੈ ਉੱਚਾ ਆਕਾਸ਼ 'ਤੇ ਚੜ੍ਹਿਆ ਹੈ, ਭਾਵ ਉੱਚੀ ਪਦਵੀ, ਬੰਦਗੀ, ਇਬਾਦਤ ਦਾ ਸਦਕਾ ਉਸ ਨੂੰ ਮਿਲੀ ਹੈ। ਨਾ ਟਲੈ ਟਲਾਇਆ, ਅਤੇ ਕਿਸੇ ਦਾ ਟਾਲਿਆ ਉਹ ਟਲਦਾ ਨਹੀਂ। ਜਿਹੜੀ ਪਦਵੀ ਉਹਨੂੰ ਮਿਲ ਗਈ ਹੈ ਨਾ, ਕੋਈ ਉਹਨੂੰ ਉਸ ਦੀ ਪਦਵੀ ਤੋਂ ਡੇਗ ਨਹੀਂ ਸਕਦਾ। ਇੱਥੋਂ ਤੱਕ ਉਹਦੇ ਨਾਂ 'ਤੇ ਇੱਕ ਤਾਰੇ ਦਾ ਨਾਂ ਪ੍ਰਸਿੱਧ ਹੋ ਗਿਆ, ਧਰੂ ਤਾਰਾ। ਸਤਿਗੁਰੂ ਨੇ ਬਾਣੀ ਵਿੱਚ ਬਹੁਤ ਵਾਰਾਂ ਜ਼ਿਕਰ ਕੀਤਾ ਹੈ ਕਿ ਧਰੂ ਵੇਖੋ 5 ਸਾਲਾਂ ਦਾ ਅਨਾਥ ਸੀ ਅਤੇ ਰੱਬ ਦੀ ਬੰਦਗੀ ਕੀਤੀ, ਐਸੀ ਪਦਵੀ 'ਤੇ ਪਹੁੰਚ ਗਿਆ, ਅਮਰ ਪਦਵੀ 'ਤੇ, ਜਿਸ ਤੋਂ ਕਦੇ ਵੀ ਹੇਠਾਂ ਆਉਣ ਵਾਲਾ ਨਹੀਂ। ਨਿਰੰਕਾਰ ਦੇ ਵਿੱਚ ਅਭੇਦ ਹੋਇਆ ਹੈ। ਸੋ ਨਿਰੰਕਾਰ ਨੇ ਉਸ ਨੂੰ ਬਲ ਦਿੱਤਾ ਅਤੇ ਉਸ ਪਦਵੀ 'ਤੇ ਉਹ ਪਹੁੰਚਿਆ। ਮਿਲੈ ਨਿਮਾਣੈ ਮਾਣ ਆਪ ਗਵਾਇਆ। ਜਿਹੜਾ ਆਪਾ ਭਾਵ ਗਵਾ ਕੇ ਭਗਤੀ ਕਰਦਾ ਹੈ, ਮੈਂ ਮੇਰੀ ਨੂੰ ਦੂਰ ਕਰਕੇ ਬੰਦਗੀ ਕਰਦਾ ਹੈ, ਨਿਰਮਾਣ ਹੰਕਾਰ ਤੋਂ ਰਹਿਤ ਰਹਿੰਦਾ ਹੈ। ਮਿਲੈ ਨਿਮਾਣੈ ਮਾਣ, ਨਿਰੰਕਾਰ ਦੀ ਦਰਗਾਹ ਦੇ ਵਿੱਚ ਨਿਮਾਣਿਆਂ ਨੂੰ ਮਾਣ ਸਤਿਕਾਰ ਮਿਲਦਾ ਹੈ, ਜਿਹੜੇ ਆਪਾ ਭਾਵ ਗਵਾ ਦਿੰਦੇ ਨੇ। ਦਰਗਹਿ ਪਤ ਪਰਵਾਨ ਗੁਰਮੁਖ ਧਿਆਇਆ। ਦਰਗਾਹ ਦੇ ਵਿੱਚ, ਪਰਮਾਤਮਾ ਦੇ ਦਰਬਾਰ ਦੇ ਵਿੱਚ, ਉਸੇ ਦੀ ਪਤ ਦਾ ਅਰਥ ਇੱਜ਼ਤ ਆਬਰੋ ਜਿਹੜੀ ਹੈ ਉਹ ਪ੍ਰਵਾਨ ਹੁੰਦੀ ਹੈ, ਜਿਹੜਾ ਗੁਰੂ ਰਾਹੀਂ ਪਰਮਾਤਮਾ ਦਾ ਸਿਮਰਨ ਕਰਦਾ ਹੈ, ਨਿਰੰਕਾਰ ਦਾ ਨਾਮ ਜਪਦਾ ਹੈ, ਉਹ ਰੱਬੀ ਦਰਗਾਹ ਦੇ ਵਿੱਚ ਸੁਰਖਰੂ ਹੈ ਅਤੇ ਉਸੇ ਦੀ ਇੱਜ਼ਤ ਕਾਇਮ ਰਹਿੰਦੀ ਹੈ। ਤੀਸਰੀ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਅੰਮ੍ਰਿਤ ਬਚਨ ਬਖਸ਼ਿਸ਼ ਕਰਦੇ ਹੈ। ਓੜਕ ਓੜਕ ਭਾਲ ਨਾ ਓੜਕ ਪਾਇਆ। ਅਨੇਕਾਂ ਲੋਕ ਇੱਥੇ ਆਏ ਜਿਹੜੇ ਯਤਨਾਂ ਦੇ ਨਾਲ ਪਰਮਾਤਮਾ ਦਾ ਅੰਤ ਲੱਭਦੇ ਰਹੇ, ਨਾ ਓੜਕ ਪਾਇਆ, ਪਰ ਉਹਦਾ ਅੰਤ ਨਹੀਂ ਪਾਇਆ ਕਿਸੇ ਨੇ। ਕੋਈ ਉਸ ਦਾ ਅੰਤ ਨਹੀਂ ਪਾ ਸਕਿਆ, ਕੋਈ ਨਹੀਂ ਦੱਸ ਸਕਿਆ ਉਹ ਕਿੱਡਾ ਕੁ ਵੱਡਾ ਹੈ, ਕਦੋਂ ਤੋਂ ਹੈ। ਓੜਕ ਭਾਲਣ ਗਏ ਸੇ ਫੇਰ ਨਾ ਆਇਆ। ਜਿਹੜੇ ਅੰਤ ਲੱਭਣ ਗਏ ਸੀ ਨਾ ਰੱਬ ਦਾ, ਉਹ ਫਿਰ ਮੁੜ ਕੇ ਨਹੀਂ ਆਏ। ਉਹਨਾਂ ਦਾ ਆਪਣਾ ਅੰਤ ਹੋ ਗਿਆ, ਉਹ ਵਾਪਸ ਹੀ ਨਹੀਂ ਆ ਸਕੇ। ਸੋ ਨਿਰੰਕਾਰ ਦਾ ਅੰਤ ਨਹੀਂ ਪਾਇਆ ਜਾ ਸਕਦਾ, ਬੰਦੇ ਦਾ ਆਪਣਾ ਅੰਤ ਹੋ ਜਾਂਦਾ। ਅਨੰਤ ਕਉ ਚਾਹਨ ਜੋ ਗਏ ਸੇ ਆਏ ਅਨੰਤ ਗਵਾਏ। ਮਹਾਰਾਜ ਫਰਮਾਉਂਦੇ ਜਿਹੜੇ ਅੰਤ ਨੂੰ ਚਾਹੁਣ ਗਏ ਸੀ ਨਾ, ਰੱਬ ਦਾ ਅੰਤ ਪਾ ਲਈਏ, ਉਹਨਾਂ ਦਾ ਆਪਣਾ ਅੰਤ ਹੋ ਗਿਆ। ਓੜਕ ਲੱਖ ਕਰੋੜ ਭਰਮ ਭੁਲਾਇਆ। ਸੋ ਲੱਖਾਂ ਕਰੋੜਾਂ ਲੋਕ ਯਤਨਾਂ ਦੇ ਨਾਲ ਉਹਦਾ ਅੰਤ ਲੱਭਦੇ ਰਹੇ, ਪਰ ਇਸ ਓੜਕ ਨੇ, ਅੰਤ ਨੇ ਉਹਨਾਂ ਨੂੰ ਭਰਮਾਂ ਵਿੱਚ ਭੁਲਾ ਛੱਡਿਆ, ਪਰ ਉਹ ਰੱਬ ਦਾ ਅੰਤ ਨਹੀਂ ਪਾ ਸਕੇ। ਆਦ ਵੱਡਾ ਵਿਸਮਾਦ ਨਾ ਅੰਤ ਸੁਣਾਇਆ। ਪਰਮਾਤਮਾ ਆਦ ਰੂਪ ਹੈ,
ਸਾਰਿਆਂ ਦਾ ਮੁੱਢ ਰੂਪ ਹੈ। ਅਸਚਰਜ ਹੈ, ਜਿਸ ਦਾ ਪਤਾ ਹੀ ਨਹੀਂ ਹੈ, ਅਤੇ ਇਹਦੇ ਅੰਤ ਨੂੰ ਕੌਣ ਆਖ ਕੇ ਸੁਣਾ ਸਕਦਾ ਹੈ? ਕੋਈ ਵੀ ਉਹਦੇ ਅੰਤ ਨੂੰ ਆਖ ਕੇ ਨਹੀਂ ਦੱਸ ਸਕਦਾ। ਹਾਥ ਨ ਪਾਰਾਵਾਰ ਲਹਿਰੀ ਛਾਇਆ। ਨਿਰੰਕਾਰ ਪਰਮਾਤਮਾ ਜੋ ਹੈ, ਹਾਥ ਨ ਪਾਰਾਵਾਰ, ਉਹ ਸਮੁੰਦਰ ਵਾਂਗੂ ਏਡਾ ਵਿਸ਼ਾਲ ਹੈ ਵੀ ਉਹਦਾ ਉਰਲੇ ਅਤੇ ਪਰਲੇ ਕਿਨਾਰੇ ਦਾ ਕੋਈ ਪਤਾ ਨਹੀਂ। ਅਤੇ ਹਾਥ ਦਾ ਅਰਥ ਹੁੰਦਾ ਥਾ, ਵੀ ਉਹ ਡੂੰਘਾ ਕਿੱਡਾ ਕੁ ਹੈ, ਇਹਦੇ ਬਾਰੇ ਕੋਈ ਨਹੀਂ ਜਾਣਦਾ। ਲਹਿਰੀ ਛਾਇਆ, ਅਤੇ ਉਹ ਆਪਣੀਆਂ ਲਹਿਰਾਂ ਦੇ ਰਾਹੀਂ ਸੰਸਾਰ ਦੇ ਵਿੱਚ ਛਾਇਆ ਹੋਇਆ ਹੈ। ਬੇਪਰਵਾਹੀਆਂ ਉਹਦੀਆਂ ਸਾਰੇ ਸੰਸਾਰ ਦੇ ਵਿੱਚ ਛਾ ਰਹੀਆਂ ਨੇ। ਸੋ ਉਹਨੂੰ ਕੌਣ ਸਮਝੇ, ਕੌਣ ਜਾਣੇ? ਉਹਦੀਆਂ ਲਹਿਰਾਂ ਬੜੀਆਂ ਵੱਡੀਆਂ ਨੇ, ਵਿਸ਼ਾਲ ਹਨ। ਉਹਦੀ ਤਾਕਤ, ਉਹਦੀ ਸ਼ਕਤੀ ਇਹ ਸਮੁੱਚੀ ਹੀ ਕਾਇਨਾਤ ਦੇ ਵਿੱਚ ਵਰਤਦੀ ਹੈ। ਇੱਕ ਕਵਾਓ ਪਸਾਓ ਨਾ ਅਲਖ ਲਖਾਇਆ। ਇਹ ਜਿੰਨਾ ਵੀ ਸਾਰਾ ਪਸਾਰਾ ਹੈ, ਪਰਮਾਤਮਾ ਨੇ ਇੰਨਾ ਵੱਡਾ ਪਸਾਰਾ ਆਪਣੇ ਇੱਕ ਕਵਾਓ ਦਾ ਅਰਥ ਹੁੰਦਾ ਵਾਕ, ਆਪਣੇ ਇੱਕ ਵਾਕ, ਇੱਕ ਬੋਲ ਦੇ ਨਾਲ ਕਰ ਦਿੱਤਾ। ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਇੱਕ ਬੋਲ ਦੇ ਨਾਲ ਸਾਰਾ ਪਸਾਰਾ ਕੀਤਾ ਹੈ। ਨਾ ਅਲਖ ਲਖਾਇਆ, ਉਹ ਅਲਖ ਸਵਰੂਪ ਹੈ, ਅਤੇ ਆਪਣੇ ਅਲਖ ਸਵਰੂਪ ਨੂੰ ਕਿਸੇ ਦੇ ਤਾਈਂ ਉਸਨੇ ਜਣਾਇਆ ਨਹੀਂ ਹੈ। ਕਾਦਰ ਨੋ ਕੁਰਬਾਨ ਕੁਦਰਤ ਮਾਇਆ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ, ਉਸ ਕਾਦਰ ਨੂੰ, ਜਿਹੜਾ ਇਸ ਕੁਦਰਤ ਨੂੰ ਬਣਾਉਣ ਵਾਲਾ ਨਾ, ਉਸ ਕਾਦਰ ਤੋਂ ਮੈਂ ਕੁਰਬਾਨ ਹਾਂ, ਕਰਤੇ ਤੋਂ ਮੈਂ ਬਲਿਹਾਰ ਜਾਂਦਾ ਹਾਂ। ਕੁਦਰਤ ਮਾਇਆ, ਇਹ ਸਾਰੀ ਜਿਹੜੀ ਕੁਦਰਤ ਹੈ, ਉਸਨੇ ਆਪਣੀ ਸ਼ਕਤੀ ਦੇ ਰਾਹੀਂ ਸਾਰੀ ਪੈਦਾ ਕੀਤੀ ਹੈ। ਸਾਰਾ ਪਸਾਰਾ ਉਹਨੇ ਬਣਾਇਆ, ਅਤੇ ਇਹਦੇ ਵਿੱਚ ਉਹ ਵਿਆਪਕ ਹੋ ਰਿਹਾ ਹੈ। ਇਹ ਸਾਰੀ ਕੁਦਰਤ, ਇਹ ਮਾਇਆ ਉਸੇ ਦੀ ਸਾਜੀ ਹੈ, ਅਤੇ ਸਾਜ ਕੇ ਦੇ ਵਿੱਚ ਵਸ ਰਿਹਾ ਹੈ। ਆਪੇ ਜਾਣੈ ਆਪ ਗੁਰ ਸਮਝਾਇਆ। ਸੋ ਜਿਸ ਨੂੰ ਗੁਰੂ ਨੇ ਸਮਝਾ ਦਿੱਤਾ, ਉਹ ਬੰਦਾ ਤਾਂ ਇਹ ਕਹਿੰਦਾ ਹੈ, ਆਪੇ ਜਾਣੈ ਜਾਣ, ਵੀ ਨਿਰੰਕਾਰ ਆਪਣੇ ਬਾਰੇ ਉਹ ਆਪ ਹੀ ਜਾਣਦਾ ਹੈ, ਹੋਰ ਕੋਈ ਉਹਦੇ ਬਾਰੇ ਨਹੀਂ ਜਾਣ ਸਕਦਾ। ਸੋ ਉਹ ਆਪਣੇ ਬਾਰੇ ਆਪ ਹੀ ਸਮਝਦਾ ਹੈ। ਉਹਦੇ ਭੇਦ ਨੂੰ ਨਹੀਂ ਪਾਇਆ ਜਾ ਸਕਦਾ, ਨਾ ਉਹਦਾ ਅੰਤ ਪਾਇਆ ਜਾ ਸਕਦਾ। ਆਪਾਂ ਰੋਜ਼ ਜਪਜੀ ਸਾਹਿਬ ਦੇ ਵਿੱਚ ਸਾਹਿਬ ਦੇ ਬਚਨ ਪੜ੍ਹਦੇ ਹਾਂ, ਨਿਰੰਕਾਰ ਦਾ ਕੋਈ ਅੰਤ ਨਹੀਂ ਹੈ। ਅੰਤ ਕਾਰਨ ਕੇਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ। ਇਹੋ ਅੰਤ ਨਾ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਓ, ਊਚੇ ਉੱਪਰ ਊਚਾ ਨਾਓ। ਏਵਡ ਊਚਾ ਹੋਵੈ ਕੋਏ, ਤਿਸ ਊਚੇ ਕੋ ਜਾਣੈ ਸੋਏ। ਮਹਾਰਾਜ ਕਹਿੰਦੇ ਨੇ, ਕਈ ਉਹਦਾ ਅੰਤ ਲੱਭਦੇ ਰਹੇ, ਨਹੀਂ ਜਾਣ ਸਕੇ। ਏਵਡ ਊਚਾ, ਏਡਾ ਉੱਚਾ, ਏਡਾ ਵੱਡਾ ਕੋਈ ਹੋਵੇ, ਰੱਬ ਵਰਗਾ ਹੀ, ਤਾਂ ਉਹੀ ਉਹਨੂੰ ਜਾਣ ਸਕਦਾ ਨਾ। ਉਹਦੇ ਜਿੱਡਾ ਵੱਡਾ, ਉਹਦੇ ਜਿੱਡਾ ਉੱਚਾ ਕੋਈ ਹੈ ਹੀ ਨਹੀਂ, ਅਤੇ ਕਿਵੇਂ ਕੋਈ ਉਸ ਨੂੰ ਜਾਣ ਸਕੇਗਾ? ਕੋਈ ਨਹੀਂ ਜਾਣ ਸਕਦਾ। ਜੇਵਡ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਜਿੱਡਾ ਵੱਡਾ ਉਹ ਆਪ ਹੀ ਇਹਦੇ ਬਾਰੇ ਜਾਣਦਾ। ਬਸ ਇੰਨਾ ਵੀ ਸਾਰੇ ਵੱਡਾ ਵੱਡਾ ਕਹਿੰਦੇ ਹੈ। ਸੁਣ ਵੱਡਾ ਆਖੈ ਸਭ ਕੋਏ। ਸੁਣ ਕੇ ਸਾਰੇ ਉਹਨੂੰ ਕਹਿੰਦੇ ਆ ਵੱਡਾ। ਸੁਣਿਆ ਹੀ ਆ, ਇੱਕ ਦੂਜੇ ਤੋਂ ਵੇਖਿਆ ਤੇ ਕਿਸੇ ਨੇ ਨਹੀਂ। ਕੇਵਡ ਵੱਡਾ ਡੀਠਾ ਹੋਏ। ਮਹਾਰਾਜ ਕਹਿੰਦੇ, ਕਿੱਡਾ ਕੁ ਵੱਡਾ ਕਿਸੇ ਨੇ ਵੇਖਿਆ? ਦੱਸੋ ਜੇ ਕਿਸੇ ਨੇ ਵੇਖਿਆ ਉਹਨੂੰ। ਤਾਂ ਸੁਣ ਸੁਣ ਕੇ ਹੀ ਕਹਿੰਦੇ ਆ ਉਹਨੂੰ ਵੱਡਾ, ਵੇਖਿਆ ਕਿਸੇ ਨੇ ਨਹੀਂ। ਸੋ ਇਹ ਨਿਰੰਕਾਰ ਦਾ ਭੇਦ ਕੋਈ ਨਹੀਂ ਜਾਣਦਾ ਹੈ। ਮਹਿਮਾ ਨਾ ਜਾਣਹਿ ਬੇਦ, ਬ੍ਰਹਮੇ ਨਹੀਂ ਜਾਣਹਿ ਭੇਦ। ਅਵਤਾਰ ਨਾ ਜਾਣਹਿ ਅੰਤ। ਪਰਮਾਤਮਾ ਜਿਹੜਾ ਨਾ, ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਨਾ ਬ੍ਰਹਮਾ, ਨਾ ਵਿਸ਼ਨੂੰ, ਨਾ ਵੇਦ, ਕੋਈ ਨਹੀਂ ਜਾਣਦਾ। ਪਾਤਸ਼ਾਹ ਜੀ ਕਹਿੰਦੇ ਉਹ ਬੇਅੰਤ ਹੈ। ਆਪਣੀ ਗਤ ਆਪ ਜਾਣੈ,
ਸੁਣ ਸੁਣ ਅਵਰ ਬਖਾਨੇ। ਉਹ ਆਪਣੀ ਗਤ ਅਵਸਥਾ ਨੂੰ ਆਪ ਜਾਣਦਾ ਅਤੇ ਸੁਣ ਸੁਣ ਕੇ ਹੋਰ ਲੋਕ ਕਹਿੰਦੇ ਹੈ। ਸੋ ਅਗਲੀ ਚੌਥੀ ਪੌੜੀ ਦੇ ਵਿੱਚ ਜੋ ਸ੍ਰਿਸ਼ਟੀ ਪਰਮਾਤਮਾ ਨੇ ਸਾਜੀ ਹੈ, ਭਾਈ ਗੁਰਦਾਸ ਸਾਹਿਬ ਜੀ ਜ਼ਿਕਰ ਕਰਦੇ ਨੇ, ਸੱਚਾ ਸਿਰਜਣਹਾਰ ਸੱਚ ਸਮਾਇਆ। ਸੱਚਾ ਸਿਰਜਣਹਾਰ ਪਰਮਾਤਮਾ ਇਸ ਸ੍ਰਿਸ਼ਟੀ ਨੂੰ ਸਾਜ ਕੇ ਉਹ ਸੱਚਾ ਇਹਦੇ ਵਿੱਚ ਸਮਾਇਆ, ਇਹਦੇ ਵਿੱਚ ਵਸ ਰਿਹਾ ਹੈ। ਜਿਵੇਂ ਕੋਈ ਕਿਸੇ ਨੇ ਤਸਵੀਰ ਬਣਾਈ ਹੁੰਦੀ ਜਾਂ ਮੂਰਤੀ ਘੜਨ ਵਾਲਾ ਮੂਰਤੀ ਬਣਾਉਂਦਾ, ਉਹਦੀ ਮੂਰਤੀ ਕਿਤੇ ਪਈ ਹੈ, ਉਹ ਕਿਤੇ ਹੈ, ਉਹਦੇ ਵਿੱਚ ਨਹੀਂ ਹੁੰਦਾ। ਪਰ ਨਿਰੰਕਾਰ ਨੇ ਜਿੰਨੀਆਂ ਵੀ ਮੂਰਤਾਂ ਬਣਾਈਆਂ, ਜੋ ਕੁਝ ਸਾਜਿਆ, ਉਹ ਜਰਰੇ ਜਰਰੇ ਦੇ ਵਿੱਚ ਸਮਾ ਰਿਹਾ, ਵਸ ਰਿਹਾ ਹੈ। ਸੱਚੋ ਪਾਉਣੇ ਉਪਾਏ ਘਾਟ ਘਾਟ ਛਾਇਆ। ਸੱਚੋ, ਸੱਚ ਤੋਂ ਉਸਨੇ ਪਾਉਣ ਨੂੰ ਪੈਦਾ ਕੀਤਾ, ਜੋ ਹਰੇਕ ਸਰੀਰ ਦੇ ਵਿੱਚ ਪ੍ਰਾਣ ਰੂਪ ਹੋ ਕਰਕੇ ਛਾ ਰਹੀ ਹੈ। ਇਹ ਪੌਣ ਜਿਹੜੀ ਹੈ ਬੰਦੇ ਨੇ ਨਹੀਂ ਬਣਾਈ, ਨਿਰੰਕਾਰ ਦੀ ਬਣਾਈ ਹੈ, ਔਰ ਪ੍ਰਾਣ ਰੂਪ ਹੋ ਕੇ ਹਰੇਕ ਜੀਵ ਜੰਤੂ ਦੇ ਵਿੱਚ ਛਾ ਰਹੀ ਹੈ। ਪਵਨਹੁ ਪਾਣੀ ਸਾਜ ਸੀਸ ਨਿਵਾਇਆ। ਤੇ ਫਿਰ ਪੌਣ ਤੋਂ ਹੀ ਪਰਮਾਤਮਾ ਨੇ ਪਾਣੀ ਨੂੰ ਸਾਜਿਆ। ਪਵਨਹੁ ਪਾਣੀ ਸਾਜ, ਜੋ ਪਾਣੀ ਹੈ ਉਸਨੇ ਪਵਨ ਤੋਂ ਬਣਾਇਆ ਹੈ। ਸੀਸ ਨਿਵਾਇਆ, ਤੇ ਜਿਹੜਾ ਪਾਣੀ ਹੈ ਭਾਈ ਗੁਰਦਾਸ ਜੀ ਕਹਿੰਦੇ ਸੀਸ ਨਿਵਾਉਂਦਾ, ਭਾਵ ਇਹ ਨੀਵੇਂ ਵਾਲੇ ਪਾਸੇ ਜਾਣ ਵਾਲਾ ਹੈ, ਪਾਣੀ ਨਿਵਾਣ ਵਾਲੇ ਪਾਸੇ ਨੂੰ ਜਾਂਦਾ ਹੈ। ਤੁਲਹਾ ਧਰਤ ਬਣਾਏ ਨੀਰ ਤਰਾਇਆ। ਤੇ ਫਿਰ ਪਾਣੀ ਦੇ ਚੱਲਣ ਵਾਸਤੇ ਉਸਨੇ ਤੁਲਹਾ ਕਹਿੰਦੇ ਆਸਰਾ, ਪਰਮਾਤਮਾ ਨੇ ਇਹ ਧਰਤੀ ਆਸਰਾ ਬਣਾ ਦਿੱਤੀ। ਇਸ ਧਰਤੀ ਨੂੰ ਆਸਰਾ ਰੂਪ ਬਣਾ ਕੇ ਫਿਰ ਧਰਤੀ ਨੂੰ ਪਾਣੀ ਉੱਤੇ ਉਸਨੇ ਰੱਖਿਆ ਹੈ। ਧਰਤੀ ਦੇ ਹੇਠਾਂ ਵੀ ਪਾਣੀ ਹੈ, ਉੱਪਰ ਵੀ ਪਾਣੀ ਹੈ। ਵਾਹਿਗੁਰੂ ਨੇ ਇਹ ਜਿਹੜੀ ਰਚਨਾ ਹੈ ਇਹ ਕੀਤੀ ਹੈ। ਧਰਤੀ ਦੇ ਉੱਪਰ ਵੀ ਪਾਣੀ ਵਹਿੰਦਾ, ਇਹਦੇ ਹੇਠਾਂ ਵੀ ਪਾਣੀ ਹੈ, ਪਾਣੀ ਦੇ ਵਿੱਚ ਉਸਨੇ ਟਿਕਾਇਆ ਹੋਇਆ ਹੈ। ਨੀਰਹ ਉਪਜੀ ਅੱਗ ਵਣ ਖੰਡ ਛਾਇਆ। ਤੇ ਫਿਰ ਨੀਰ ਤੋਂ ਹੀ, ਪਾਣੀ ਤੋਂ ਅਗਨੀ ਉਪਜੀ ਪੈਦਾ ਹੋਈ ਹੈ। ਸਮੁੰਦਰ ਦੇ ਵਿੱਚ ਇੱਕ ਅਗਨੀ ਹੁੰਦੀ, ਉਹਦਾ ਨਾਮ ਹੁੰਦਾ ਬੜਵਾ ਨਲ। ਸਮੁੰਦਰ ਦੇ ਵਿੱਚ ਵੀ ਅੱਗ ਹੈ। ਸਾਡੇ ਸਰੀਰ ਦੇ ਵਿੱਚ ਵੀ ਨਿਰੰਕਾਰ ਨੇ ਅਗਨੀ ਰੱਖੀ ਹੈ। ਪਾਣੀ ਤੱਤ ਹੈ, ਅੱਗ ਤੱਤ ਹੈ, ਪ੍ਰਿਥਵੀ ਹੈ, ਆਕਾਸ਼ ਹੈ, ਪੰਜੇ ਤੱਤ ਨੇ। ਪਾਂਚ ਤੱਤ ਕੋ ਤਨ ਰਚਿਓ ਜਨ ਹੋ ਚਤੁਰ ਸੁਜਾਨ। ਜਿਹ ਤੇ ਉਪਜਿਓ ਨਾਨਕਾ ਲੀਨ ਤਾਹੇ ਮਹਿਮਾਨ। ਸੋ ਇਹ ਪੰਜਾਂ ਤੱਤਾਂ ਦਾ ਬਣਾਇਆ, ਤੱਤ ਉਸਨੇ ਬਣਾਏ ਨੇ ਪਰਮਾਤਮਾ ਨੇ, ਫਿਰ ਪੰਜਾਂ ਨੂੰ ਜੋੜ ਕੇ ਸਰੀਰ ਰਚੇ ਹੈ। ਨੀਰਹ ਉਪਜੀ ਅੱਗ, ਨੀਰ ਤੋਂ ਪਾਣੀ ਤੋਂ ਹੀ ਅਗਨੀ ਉਪਜੀ ਹੈ। ਵਣ ਖੰਡ ਛਾਇਆ, ਤੇ ਫਿਰ ਜਿੰਨੇ ਵੀ ਵਣ ਖੰਡ ਨੇ, ਖੰਡ ਜਿਹੜੇ ਟੁਕੜੇ ਨੇ ਜਿੱਥੇ ਵਣ ਜੰਗਲ ਬਣ ਗਏ, ਉਹ ਛਾ ਰਹੇ ਨੇ। ਜਿਵੇਂ ਆਪਾਂ ਵੇਖਦੇ ਹਾਂ ਸਮੁੰਦਰ ਦੇ ਵਿੱਚ ਵੱਖੋ ਵੱਖਰੇ ਟਾਪੂ ਨੇ, ਉਹ ਅੱਗ ਦੇ ਗੋਲੇ ਵਾਂਗ ਸਨ, ਪਾਣੀ ਵਿੱਚ ਸ਼ਾਂਤ ਹੋਏ। ਫਿਰ ਉੱਥੇ ਬਨਸਪਤੀ ਜਿਹੜੀ ਹੈ ਪਾਣੀ ਕਰਕੇ ਪੈਦਾ ਹੋਈ ਹੈ। ਸੋ ਨਿਰੰਕਾਰ ਨੇ ਇਹ ਕਿਰਪਾ ਕੀਤੀ, ਨੀਰ ਤੋਂ ਹੀ ਅੱਗ ਉਪਜੀ, ਔਰ ਫਿਰ ਅੱਗੇ ਵਣ ਖੰਡ ਜੋ ਬਨਸਪਤੀ ਹੈ ਇਹ ਪੈਦਾ ਹੋਈ ਹੈ। ਅੱਗੀ ਹੁੰਦੀ ਬਿਰਖ ਸੁਫਲ ਫਲਾਇਆ। ਪਾਣੀ ਦੇ ਸੰਜੋਗ ਕਰਕੇ ਬਨਸਪਤੀ ਬਣੀ, ਰੁੱਖ ਇਤਿਆਦਿ ਬਣੇ, ਤੇ ਪਰਮਾਤਮਾ ਨੇ ਇਹਦੇ ਵਿੱਚ ਅੱਗ ਨੂੰ ਰੱਖਿਆ। ਸਗਲ ਬਨਸਪਤ ਮਹਿ ਬੈ ਸੰਤਰ, ਬਾਣੀ ਦਾ ਬਚਨ, ਜਿਤਨੀ ਵੀ ਬਨਸਪਤੀ ਇਹਦੇ ਵਿੱਚ ਅਗਨੀ ਹੈ। ਹਰੇ ਰੁੱਖਾਂ ਦੇ ਵਿੱਚ ਵੀ ਅੱਗ ਹੈ, ਪਰ ਉਹ ਪ੍ਰਗਟ ਹੁੰਦੀ ਹੈ ਸਮਾਂ ਆਉਣ 'ਤੇ। ਅੱਗੀ ਹੁੰਦੀ ਬਿਰਖ, ਬਿਰਖਾਂ ਦੇ ਵਿੱਚ, ਰੁੱਖਾਂ ਦੇ ਵਿੱਚ ਪਰਮਾਤਮਾ ਨੇ ਅੱਗ ਪੈਦਾ ਕੀਤੀ ਹੈ। ਧਰਤੀ ਉੱਤੇ ਪਾਣੀ ਉਸਨੇ
ਜਿਹੜਾ ਉਹ ਬਣਾਇਆ, ਅਤੇ ਵੱਖ-ਵੱਖ ਜਿਹੜੇ ਟੁਕੜੇ ਨੇ ਧਰਤੀ ਦੇ, ਇਹਨਾਂ ਦੇ ਉੱਤੇ ਬਨਸਪਤੀ ਲੱਕੜ ਪੈਦਾ ਹੋਈ ਹੈ, ਅਤੇ ਜੰਗਲਾਂ ਦੇ ਜੰਗਲ ਜਿਹੜੇ ਉਗਾਏ ਹੈ, ਸੁਫਲ ਫਲਾਇਆ, ਸਹਿਤ ਫਲਾਂ ਦੇ, ਫੁੱਲਾਂ ਦੇ, ਪੱਤਿਆਂ ਦੇ ਉਹ ਫਲਦੇ ਹੈ। ਪੌਣ ਪਾਣੀ ਬੈ ਸੰਤਰ ਮੇਲ ਮਿਲਾਇਆ। ਔਰ ਇਸੇ ਤਰ੍ਹਾਂ ਇਹ ਜਿਹੜੇ ਨੇ ਨਾ ਪੌਣ ਪਾਣੀ ਅਤੇ ਬੈਸੰਤਰ ਅਗਨੀ, ਪਾਣੀ, ਹਵਾ, ਅੱਗ, ਸਾਰੇ ਤੱਤ ਜਿਹੜੇ ਹੈ, ਭਾਵੇਂ ਇੱਕ ਦੂਜੇ ਦੇ ਵਿਰੋਧੀ ਨੇ, ਪਾਣੀ ਅਤੇ ਅੱਗ ਦਾ ਕੋਈ ਮੇਲ ਨਹੀਂ, ਪਰਮਾਤਮਾ ਨੇ ਇਹਨਾਂ ਨੂੰ ਆਪਸ ਵਿੱਚ ਮਿਲਾਇਆ ਰੱਖਿਆ ਹੈ ਇੱਕ ਥਾਂ 'ਤੇ। ਸਾਡੇ ਸਰੀਰ ਵਿੱਚ ਅਗਨੀ ਵੀ ਹੈ, ਪਾਣੀ ਵੀ ਹੈ, ਵਿਰੋਧੀ ਤੱਤ ਮੇਲ ਕੇ ਇੱਕ ਥਾਂ 'ਤੇ ਰੱਖੇ ਹੈ। ਆਦਿ ਪੁਰਖ ਆਦੇਸ ਖੇਲ ਰਚਾਇਆ। ਆਦਿ ਪੁਰਖ ਪਰਮਾਤਮਾ ਨੂੰ ਆਦੇਸ਼ ਹੈ, ਉਹਨੂੰ ਨਮਸਕਾਰ ਹੈ। ਭਾਈ ਗੁਰਦਾਸ ਜੀ ਕਹਿੰਦੇ, ਜਿਸ ਨੇ ਇਹ ਸਾਰੀ ਸ੍ਰਿਸ਼ਟੀ ਦੀ ਖੇਡ ਰਚੀ ਹੈ, ਇਹ ਸਾਰਾ ਤਮਾਸ਼ਾ ਪਰਮਾਤਮਾ ਨੇ ਰਚਿਆ ਹੈ, ਉਸ ਨੂੰ ਆਦੇਸ਼ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਬਚਨ ਹੈ, ਸਾਚੇ ਤੇ ਪਵਨਾ ਭਇਆ, ਪਵਨੈ ਤੇ ਜਲ ਹੋਏ। ਉਸ ਸੱਚ ਤੋਂ ਪੌਣ ਹਵਾ ਪੈਦਾ ਹੋਈ, ਪਵਨ ਤੋਂ ਫਿਰ ਜਲ ਪੈਦਾ ਹੋਇਆ, ਅੱਗੇ ਸਾਰੀ ਸ੍ਰਿਸ਼ਟੀ ਨਿਰੰਕਾਰ ਨੇ ਰਚੀ ਹੈ। ਸੋ ਉਹ ਪੌਣ ਕਿਹੜੀ ਹੈ, ਇਹ ਸਾਇੰਸ ਦੇ ਵਿਦਿਆਰਥੀ ਚੰਗੀ ਤਰ੍ਹਾਂ ਜਾਣਦੇ ਹੈ। ਕਿਹੜੀਆਂ ਗੈਸਾਂ, ਕਿਹੜੀਆਂ ਹਵਾਵਾਂ ਨੂੰ ਮਿਲ ਕੇ ਪਾਣੀ ਪੈਦਾ ਹੁੰਦਾ ਹੈ। ਸੋ ਨਿਰੰਕਾਰ ਉਹ ਬੇਅੰਤ ਹੈ, ਉਹਦੀ ਰਚਨਾ ਬੜੀ ਬੇਅੰਤ ਹੈ। ਸਾਰੀ ਸ੍ਰਿਸ਼ਟੀ ਨੂੰ ਉਹ ਸਾਜਣ ਵਾਲਾ ਹੈ, ਇਹਦੇ ਭੇਦ ਨੂੰ ਕੋਈ ਨਹੀਂ ਪਾ ਸਕਿਆ। ਸਤਿਗੁਰੂ ਮਿਹਰ ਕਰਨ, ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂ ਵਾਸਤੇ ਸੁਮਤ ਬਖਸ਼ਣੀ ਜੀ। ਪੌਣ ਪਾਣੀ ਬੈ ਸੰਤਰ ਮੇਲ ਮਿਲਾਇਆ, ਆਦਿ ਪੁਰਖ ਆਦੇਸ ਖੇਲ ਰਚਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।